ਮੇਰਾ ਨਾਮ ਪ੍ਰਦੀਪ ਬੰਸਲ। ਇਸ ਤੋਂ ਪਹਿਲਾਂ ਵਾਲੀ ਵੀਡੀਓ ਰਾਹੀਂ ਅਸੀਂ ਸ਼੍ਰੇਣੀ 7ਵੀਂ ਪਾਠ ਨੰਬਰ 11 ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕੀਤੇ ਸਨ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਪਾਠ ਨੰਬਰ 12 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਗਤੀਆਂ 700 ਈਸਵੀ ਤੋਂ ਲੈ ਕੇ 1200 ਈਸਵੀ ਤੱਕ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਕਰਾਂਗੇ। ਪਹਿਲਾ ਕੁਐਸਚਨ, ਚੌਲ ਵੰਸ਼ ਦੇ ਸ਼ਾਸਕ ਕਿਹੜੇ ਸ਼ਾਸਕਾਂ ਨੇ ਚੌਲ ਰਾਜ ਨੂੰ ਮੁੜ ਹੋਂਦ ਵਿੱਚ ਲਿਆਤਾ? ਰਜਿੰਦਰ ਰਾਜ ਪਹਿਲਾ ਅਤੇ ਰਜਿੰਦਰ ਚੌਲ ਨੇ ਚੌਲ ਰਾਜ ਨੂੰ ਮੁੜ ਹੋਂਦ ਵਿੱਚ ਲਿਆਂਦਾ। ਜਿਸ ਤਰ੍ਹਾਂ ਅਸੀਂ ਪਾਠ ਨੰਬਰ 11 ਦੇ ਵਿੱਚ ਪੜ੍ਹਿਆ ਸੀ ਕਿ 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤੱਕ ਦੇ ਸਮੇਂ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ। ਉਹ ਰਾਜਪੂਤ ਕਾਲ ਦਾ ਸੰਬੰਧ ਸੀਗਾ ਉੱਤਰੀ ਭਾਰਤ ਦੇ ਨਾਲ। ਇਸ ਤੋਂ ਉੱਪਰ ਉੱਤਰੀ ਭਾਰਤ ਨਾਲ ਸੰਬੰਧ ਸੀਗਾ ਰਾਜਪੂਤ ਕਾਲ ਦਾ। ਪਰ ਇਸੇ ਹੀ ਸਮੇਂ ਦੇ ਦੌਰਾਨ 10ਵੀਂ ਸਦੀ ਦੇ ਵਿੱਚ ਜਾ ਕੇ ਦੱਖਣੀ ਭਾਰਤ ਵਿੱਚ ਵੀ ਛੋਟੇ ਛੋਟੇ ਵੱਖਰੇ ਰਾਜ ਸਥਾਪਿਤ ਹੋਏ, ਜਿਨ੍ਹਾਂ ਦੇ ਵਿੱਚੋਂ ਚੌਲ ਵੰਸ਼ ਜਿਸ ਦਾ ਖੇਤਰ ਤਾਮਿਲਨਾਡੂ ਵਾਲਾ ਸੀ, ਚੌਲ ਰਾਜ ਸਥਾਪਿਤ ਹੋਇਆ ਸੀ। ਚੌਲ ਰਾਜ ਦੀ ਸਥਾਪਨਾ ਵਿਜਯਾਲਿਆ ਨੇ ਕੀਤੀ ਸੀ, ਪਰ ਬਾਅਦ ਦੇ ਵਿੱਚ ਉਸਦੇ ਉੱਤਰਾਧਿਕਾਰੀ ਜ਼ਿਆਦਾ ਵਧੀਆ ਸਾਬਤ ਨਾ ਹੋ ਸਕੇ, ਜਿਸ ਕਰਕੇ ਇੱਕ ਵਾਰ ਚੌਲ ਵੰਸ਼ ਦਾ ਖਾਤਮਾ ਹੋ ਗਿਆ ਸੀ। ਪਰ ਉਸ ਤੋਂ ਬਾਅਦ ਅੱਗੇ ਜਾ ਕੇ ਰਾਜ ਪਹਿਲਾ ਅਤੇ ਰਜਿੰਦਰ ਚੌਲ ਨੇ ਚੌਲ ਰਾਜ ਨੂੰ ਮੁੜ ਹੋਂਦ ਵਿੱਚ ਲਿਆਂਦਾ ਸੀ। ਚੌਲ ਰਾਜ ਦੀਆਂ ਨੀਹਾਂ ਨੂੰ ਉਹਨਾਂ ਨੇ ਮੁੜ ਮਜ਼ਬੂਤ ਕੀਤਾ ਸੀਗਾ। ਜੇਕਰ ਚਿੱਤਰ ਦੇ ਵਿੱਚ ਦੇਖੀਏ ਤਾਂ ਇਹ ਵਾਲਾ ਖੇਤਰ ਚੌਲ ਰਾਜ ਨਾਲ ਸੰਬੰਧਿਤ ਹੈ। ਇਸ ਤੋਂ ਅਗਲਾ ਕੁਐਸਚਨ, ਰਾਜ ਪਹਿਲੇ ਨੇ ਕਿਹੜੇ ਰਾਜਿਆਂ ਨੂੰ ਹਰਾ ਕੇ ਉਹਨਾਂ ਦੇ ਇਲਾਕਿਆਂ 'ਤੇ ਕਬਜ਼ਾ ਕੀਤਾ? ਰਾਜ ਪਹਿਲੇ ਨੇ ਚੇਰ, ਪਾਂਡਿਆ ਅਤੇ ਸ਼੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਉਹਨਾਂ ਦੇ ਇਲਾਕਿਆਂ 'ਤੇ ਕਬਜ਼ਾ ਕੀਤਾ। ਰਾਜ ਪਹਿਲੇ ਨੇ ਸ਼੍ਰੀਲੰਕਾ, ਇੱਧਰ ਚੇਰ ਸੀਗਾ ਅਤੇ ਇਹਦੇ ਨਾਲ ਹੀ ਸੀਗਾ ਇੱਧਰ ਪਾਂਡਿਆ। ਇਹਨਾਂ ਰਾਜਾਂ ਨੂੰ ਹਰਾਇਆ ਅਤੇ ਇੱਥੇ ਤੱਕ ਦੱਖਣੀ ਭਾਰਤ ਵਿੱਚ ਆਪਣੇ ਰਾਜ ਦਾ ਵਿਸਥਾਰ ਕੀਤਾ ਸੀਗਾ। ਰਾਜ ਤੋਂ ਬਾਅਦ ਉਸ ਦਾ ਪੁੱਤਰ ਰਜਿੰਦਰ ਚੌਲ ਸ਼ਾਸਕ ਬਣਿਆ ਸੀ। ਰਜਿੰਦਰ ਚੌਲ ਨੇ ਵੀ ਸ਼੍ਰੀਲੰਕਾ ਨੂੰ ਵੀ ਹਰਾਇਆ, ਸ਼੍ਰੀਲੰਕਾ ਤੋਂ ਇਲਾਵਾ ਚੇਰਾਂ ਨੂੰ ਹਰਾਇਆ, ਪਾਂਡਿਆਂ ਨੂੰ ਹਰਾਇਆ ਅਤੇ ਰਜਿੰਦਰ ਚੌਲ ਨੇ ਇੱਧਰ ਜੋ ਟਾਪੂ ਸੀਗੇ, ਇੱਧਰ ਟਾਪੂਆਂ ਨੂੰ ਵੀ ਹਰਾਇਆ। ਜਿਹੜੇ ਖੱਬੇ ਹੱਥ ਟਾਪੂ ਸੀਗੇ ਇਹਨਾਂ ਨੂੰ ਵੀ ਹਰਾਇਆ। ਮਾਲਦੀਵ ਨੂੰ ਵੀ ਹਰਾਇਆ। ਉਹਨਾਂ ਦੇ ਰਾਜਿਆਂ ਨੇ ਰਜਿੰਦਰ ਚੌਲ ਦੀ ਅਧੀਨਤਾ ਸਵੀਕਾਰ ਕਰ ਲਈ ਸੀ। ਰਜਿੰਦਰ ਚੌਲ ਨੇ, ਕਿਉਂਕਿ ਅਸੀਂ ਪ੍ਰਾਚੀਨ ਇਤਿਹਾਸ ਦੇ ਵਿੱਚ ਵੀ ਪੜ੍ਹਿਆ ਹੈ, ਜੋ ਗੰਗਾ ਦਾ ਖੇਤਰ ਜੋ ਵੀ ਉਸ ਦਾ ਮਾਲਕ ਬਣ ਜਾਂਦਾ ਸੀ, ਸਮਝ ਲਓ ਉਸਨੇ ਪੂਰੇ ਭਾਰਤ ਦੇ ਉੱਤੇ ਰਾਜ ਕਰ ਲਿਆ। ਤਾਂ ਰਜਿੰਦਰ ਚੌਲ ਨੇ ਵੀ ਇੱਥੋਂ ਸ਼ੁਰੂ ਹੋ ਕੇ ਗੰਗਾ ਦੇ ਖੇਤਰ 'ਤੇ ਜਿੱਤ ਪ੍ਰਾਪਤ ਕੀਤੀ ਸੀ। ਰਜਿੰਦਰ ਚੌਲ ਨੇ ਵੀ ਗੰਗਾ ਦੇ ਖੇਤਰ 'ਤੇ ਜਿੱਤ ਪ੍ਰਾਪਤ ਕੀਤੀ ਸੀ। ਅੱਗੇ ਆ ਗਿਆ, ਰਜਿੰਦਰ ਚੌਲ ਦੀਆਂ ਮਹੱਤਵਪੂਰਨ ਜਿੱਤਾਂ ਬਾਰੇ ਲਿਖੋ। ਰਜਿੰਦਰ ਚੌਲ ਨੇ ਚੇਰ, ਪਾਂਡਿਆ ਅਤੇ ਸ਼੍ਰੀਲੰਕਾ ਦੇ ਸ਼ਾਸਕਾਂ ਨੂੰ ਹਰਾ ਕੇ ਉਹਨਾਂ ਦੇ ਇਲਾਕੇ ਜਿੱਤ ਲਏ ਸਨ। ਰਜਿੰਦਰ ਚੌਲ ਨੇ ਗੰਗਾ ਦੇ ਇਲਾਕੇ ਨੂੰ ਵੀ, ਜੋ ਵਰਤਮਾਨ ਸਾਡੇ ਅੱਜ ਦੇ ਬਿਹਾਰ ਦੇ ਵਿੱਚ ਹੈ, ਦੇਖੋ ਤਾਮਿਲਨਾਡੂ ਵਾਲੇ ਪਾਸਿਓਂ ਉੱਪਰ ਨੂੰ ਜਾ ਕੇ ਜਿੱਤਣਾ ਬੜਾ ਔਖਾ ਸੀ, ਕਿਉਂਕਿ ਜਿੰਨੇ ਵੀ ਹਮਲਾਵਰ ਆਏ ਸਾਰੇ ਹਮਲਾਵਰ ਉੱਪਰੋਂ ਥੱਲੇ ਵੱਲ ਵੱਧਦੇ ਸੀ। ਪਰ ਰਜਿੰਦਰ ਚੌਲ ਥੱਲੋਂ ਉੱਪਰ ਗਿਆ, ਤਾਮਿਲਨਾਡੂ ਵਾਲੇ ਪਾਸਿਓਂ ਜਾ ਕੇ ਰਜਿੰਦਰ ਚੌਲ ਨੇ ਗੰਗਾ ਦੇ ਇਲਾਕੇ, ਵਰਤਮਾਨ ਬਿਹਾਰ ਦੇ ਇਲਾਕੇ ਨੂੰ ਵੀ ਜਿੱਤਿਆ ਸੀ। ਚੌਲ ਰਾਜਕਾਲ ਸਮੇਂ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ? ਦੱਖਣੀ ਭਾਰਤ ਦੇ ਵਿੱਚ ਅੱਜ ਕੱਲ੍ਹ ਵੀ ਤਾਮਿਲ, ਤੇਲਗੂ, ਕੰਨੜ ਭਾਸ਼ਾਵਾਂ ਚੱਲਦੀਆਂ ਹਨ। ਇਹ ਭਾਸ਼ਾਵਾਂ ਦਾ ਵਿਕਾਸ ਚੌਲ ਰਾਜ ਦੇ ਸਮੇਂ ਹੋਇਆ ਸੀ। ਸੰਸਕ੍ਰਿਤ,
ਤਾਮਿਲ, ਤੇਲਗੂ ਅਤੇ ਕੰਨੜ ਭਾਸ਼ਾਵਾਂ ਦਾ ਵਿਕਾਸ ਚੌਲ ਰਾਜ ਕਾਲ ਦੇ ਸਮੇਂ ਹੋਇਆ ਸੀ। ਚੌਲ ਰਾਜ ਕਾਲ ਸਮੇਂ ਕਿਹੜਾ ਧਰਮ ਬਹੁਤ ਪ੍ਰਸਿੱਧ ਸੀ? ਚੌਲ ਰਾਜ ਕਾਲ ਸਮੇਂ ਹਿੰਦੂ ਧਰਮ ਬਹੁਤ ਪ੍ਰਸਿੱਧ ਸੀ। ਉਸ ਸਮੇਂ ਬੁੱਧ ਧਰਮ ਅਤੇ ਜੈਨ ਧਰਮ ਵੀ ਹੋਂਦ ਵਿੱਚ ਆਏ ਹੋਏ ਸਨ। ਹਿੰਦੂ ਧਰਮ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਲੋਕ ਸ਼ਿਵ ਜੀ ਦੀ ਪੂਜਾ ਕਰਦੇ ਸਨ। ਸ਼ਿਵ ਜੀ ਦੀ ਪੂਜਾ ਇਹ ਨਟਰਾਜ ਦੇ ਰੂਪ ਵਿੱਚ ਕਰਦੇ ਸਨ। ਨਟਰਾਜ ਵੀ ਸ਼ਿਵ ਜੀ ਦਾ ਹੀ ਰੂਪ ਮੰਨਿਆ ਜਾਂਦਾ ਹੈ। ਤਾਂ ਇਹ ਲੋਕ ਨਟਰਾਜ ਦੇ ਰੂਪ ਵਿੱਚ ਸ਼ਿਵ ਜੀ ਦੀ ਪੂਜਾ ਕਰਦੇ ਸਨ। ਜੋ ਨਟਰਾਜ ਦਾ ਰੂਪ ਹੈ, ਜੋ ਨਟਰਾਜ ਦੀ ਮੂਰਤੀ ਹੈ, ਇਹ ਵੀ ਚੌਲ ਰਾਜ ਦੇ ਸਮੇਂ ਹੀ ਬਣੀ ਸੀ। ਪੱਲਵ ਸ਼ਾਸਕਾਂ ਨੇ ਕਾਂਚੀ ਨੂੰ ਆਪਣੀ ਰਾਜਧਾਨੀ ਬਣਾਇਆ। ਮਾਰਕ ਪੋਲੋ ਨੇ ਪਾਂਡਿਆ ਰਾਜ ਦੀ ਯਾਤਰਾ ਕੀਤੀ ਸੀ। ਰਜਿੰਦਰ ਚੌਲ ਨੇ ਗੰਗਈਕੋਂਡਾ ਚੋਲਾਪੁਰਮ, ਗੰਗਈਕੋਂਡਾ ਹੋ ਗਿਆ ਗੰਗਾ ਦੇ ਖੇਤਰ ਨੂੰ ਜਿੱਤਣ ਵਾਲਾ, ਕਿਉਂਕਿ ਰਜਿੰਦਰ ਚੌਲ ਨੇ ਗੰਗਾ ਦੇ ਖੇਤਰ ਨੂੰ ਜਿੱਤ ਪ੍ਰਾਪਤ ਕੀਤੀ ਸੀ ਅਤੇ ਉੱਥੋਂ ਗੰਗਾ ਦੇ ਪਾਣੀ ਵੀ ਲੈ ਕੇ ਆਇਆ ਸੀ। ਤਾਂ ਕਰਕੇ ਇਸ ਨੇ ਆਪਣੇ ਆਪ ਨੂੰ ਗੰਗਈਕੋਂਡਾ ਭਾਵ ਗੰਗਾ ਦੇ ਖੇਤਰ ਨੂੰ ਜਿੱਤਣ ਵਾਲਾ ਦੀ ਉਪਾਧੀ ਧਾਰਨ ਕੀਤੀ। ਚੌਲ ਰਾਜ ਕਾਲ ਸਮੇਂ ਇਸਤਰੀਆਂ ਦਾ ਵੀ ਸਤਿਕਾਰ ਹੁੰਦਾ ਸੀ। ਜੇਕਰ ਚੌਲ ਰਾਜਿਆਂ ਦੇ ਸਮਿਆਂ ਦੇ ਮੰਦਰ ਜਾਂ ਮੂਰਤੀਆਂ ਦੇਖੀਆਂ ਜਾਣ ਤਾਂ ਉੱਥੇ ਅੱਜ ਕੱਲ੍ਹ ਵੀ ਉਸ ਸਮੇਂ ਦੀਆਂ ਮੂਰਤੀਆਂ ਵਿੱਚ ਰਾਜਿਆਂ ਅਤੇ ਉਹਨਾਂ ਦੀਆਂ ਰਾਣੀਆਂ ਦੀਆਂ ਵੀ ਮੂਰਤੀਆਂ ਬਣੀਆਂ ਹੋਈਆਂ ਹਨ। ਰਾਜੇ ਦੇ ਨਾਲ ਲੋਕ ਰਾਣੀ ਦੀ ਮੂਰਤੀ ਦੀ ਵੀ ਪੂਜਾ ਕਰਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਚੌਲ ਰਾਜ ਕਾਲ ਸਮੇਂ ਇਸਤਰੀਆਂ ਦਾ ਵੀ ਸਤਿਕਾਰ ਹੁੰਦਾ ਸੀ। ਨੁਨੀਹਾ ਅਤੇ ਤਿੱਕਣਾ ਤੇਲਗੂ ਵਿਦਵਾਨਾਂ ਨੇ ਮਹਾਭਾਰਤ ਦਾ ਤੇਲਗੂ ਭਾਸ਼ਾ ਵਿੱਚ ਅਨੁਵਾਦ ਕੀਤਾ। ਇਹ ਜੋ ਦੋ ਵਿਦਵਾਨ ਹੋਏ ਨੇਗੇ ਚੌਲ ਰਾਜ ਦੇ, ਇਹਨਾਂ ਨੇ ਮਹਾਭਾਰਤ ਜੋ ਕਿ ਸੰਸਕ੍ਰਿਤ ਭਾਸ਼ਾ ਵਿੱਚ ਲਿਖੀ ਹੋਈ ਸੀ, ਇਹਨਾਂ ਦੋਨਾਂ ਵਿਦਵਾਨਾਂ ਨੇ ਦੱਖਣ ਦੇ ਲੋਕਾਂ ਦੀ ਲੋਕਲ ਭਾਸ਼ਾ ਸੀ ਤੇਲਗੂ, ਉਸ ਭਾਸ਼ਾ ਵਿੱਚ ਇਸ ਦਾ ਮਹਾਭਾਰਤ ਦਾ ਅਨੁਵਾਦ ਕੀਤਾ ਸੀ। ਮੈਚ ਦਾ ਕਾਲਮ ਸ਼ੰਕਰਾਚਾਰਿਆ। ਜੋ ਸ਼ੰਕਰਾਚਾਰਿਆ ਸੀ ਇਹ ਅਦਵੈਤ ਮਤ ਨਾਲ ਸੰਬੰਧਿਤ ਰੱਖਦੇ ਸਨ। ਇਹ ਸ਼ੰਕਰਾਚਾਰਿਆ ਅਦਵੈਤ ਮਤ ਦੇ ਸਭ ਤੋਂ ਪਹਿਲੇ ਮੋਢੀ ਹਨ, ਕਿਉਂਕਿ ਇਹ ਕਹਿੰਦੇ ਸਨ ਕਿ ਮਨੁੱਖ ਨੂੰ ਕਰਮਾਂ ਦੇ ਵਿੱਚ ਵਿਸ਼ਵਾਸ ਰੱਖਣਾ ਨਹੀਂ ਚਾਹੀਦਾ। ਰਾਮਾਨੁਜ ਭਗਤੀ ਲਹਿਰ, ਜੋ ਰਾਮਾਨੁਜ ਸੀਗੇ ਉਹ ਭਗਤੀ ਲਹਿਰ ਨਾਲ ਸੰਬੰਧ ਰੱਖਦੇ ਸੀ। ਮਾਧਵਚਾਰਿਆ ਵੀ ਭਗਤੀ ਲਹਿਰ ਨਾਲ ਹੀ ਸੰਬੰਧ ਰੱਖਦੇ ਸਨ, ਕਿਉਂਕਿ ਜੋ ਭਗਤੀ ਲਹਿਰ ਨਾਲ ਸੰਬੰਧ ਰੱਖਦੇ ਸਨ ਉਹ ਮੂਰਤੀ ਪੂਜਾ ਨੂੰ ਚੰਗਾ ਨਹੀਂ ਸਮਝਦੇ ਸਨ। ਸਹੀ ਜਾਂ ਗਲਤ? ਟਰੂ ਫਾਲਸ? ਮਦੁਰਾਈ ਚੌਲ ਸ਼ਾਸਕਾਂ ਦੀ ਰਾਜਧਾਨੀ ਸੀ। ਗਲਤ। ਚੌਲ ਸ਼ਾਸਕਾਂ ਦੀ ਰਾਜਧਾਨੀ ਤੰਜੌਰ ਸੀ। ਚੌਲ ਸ਼ਾਸਕਾਂ ਕੋਲ ਸ਼ਕਤੀਸ਼ਾਲੀ ਥਲ ਸੈਨਾ ਸੀ। ਸਹੀ ਹੈ। ਜੇਕਰ ਉਹਨਾਂ ਕੋਲ ਸ਼ਕਤੀਸ਼ਾਲੀ ਸੈਨਾ ਸੀ ਤਾਂ ਹੀ ਰਜਿੰਦਰ ਚੌਲ ਗੰਗਾ ਦੇ ਖੇਤਰ ਤੱਕ ਜਿੱਤਾਂ ਪ੍ਰਾਪਤ ਕਰ ਸਕਿਆ ਸੀ, ਤਾਂ ਹੀ ਉਹ ਸ਼੍ਰੀਲੰਕਾ ਅਤੇ ਗੁਆਂਢੀ ਰਾਜਿਆਂ ਨੂੰ ਹਰਾ ਸਕੇ ਸਨ। ਮਹਿੰਦਰ ਵਰਮਨ ਨੇ ਗੰਗਈਕੋਂਡਾ ਚੋਲਾਪੁਰਮ ਨਗਰ ਵਸਾਇਆ। ਗਲਤ ਹੈ। ਮਹਿੰਦਰ ਵਰਮਨ ਨੇ ਨਹੀਂ। ਮਹਿੰਦਰ ਵਰਮਨ ਤਾਂ ਪੱਲਵਾਂ ਨਾਲ ਸੰਬੰਧ ਰੱਖਦਾ ਸੀ, ਪੱਲਵ ਸ਼ਾਸਕ ਸੀ, ਜਦੋਂ ਕਿ ਗੰਗਈਕੋਂਡਾ ਚੋਲਾਪੁਰਮ ਨਗਰ ਤਾਂ ਰਜਿੰਦਰ ਚੌਲ ਨੇ ਗੰਗਾ ਦਾ ਖੇਤਰ ਜਿੱਤਣ ਤੋਂ ਬਾਅਦ ਵਸਾਇਆ ਸੀ। ਕੰਬਨ ਵਿਦਵਾਨ ਨੇ ਰਾਮਾਇਣ ਦਾ ਤਾਮਿਲ ਭਾਸ਼ਾ ਵਿੱਚ ਅਨੁਵਾਦ ਕੀਤਾ। ਇਹ ਸਹੀ ਹੈ। ਚੌਲ ਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਇਹ ਵੀ ਸਹੀ ਹੈ, ਕਿਉਂਕਿ ਚੌਲ ਰਾਜੇ ਆਪਣੀ ਪ੍ਰਜਾ ਦੇ ਪ੍ਰਤੀ, ਆਪਣੇ ਲੋਕਾਂ ਦੇ ਪ੍ਰਤੀ ਬੜੇ ਹੀ ਉਦਾਰ ਸਨ। ਉਹ ਚਾਹੁੰਦੇ ਸਨ ਕਿ ਪਿੰਡਾਂ ਦੇ ਲੋਕਾਂ ਦਾ ਵੀ ਪੂਰਾ ਭਲਾ ਹੋਵੇ। ਪਿੰਡਾਂ ਦੇ ਵਿੱਚ ਉਰ ਅਤੇ ਸਭਾ ਨਾਂ ਦੀਆਂ ਦੋ ਸੰਸਥਾਵਾਂ ਵੀ ਸਨ ਜੋ ਸ਼ਾਸਨ ਪ੍ਰਬੰਧ ਸੰਬੰਧੀ ਰਾਜਿਆਂ ਨੂੰ ਆਪਣੇ ਸਲਾਹਾਂ ਦਿਆ ਕਰਦੀਆਂ ਸਨ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਪਾਠ ਨੰਬਰ 12 ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕੀਤੇ ਹਨ। ਜੇਕਰ ਮੇਰੀ ਇਹ ਵੀਡੀਓ ਆਪ ਜੀ ਨੂੰ ਵਧੀਆ ਲੱਗੀ ਤਾਂ ਇਸ ਨੂੰ ਲਾਈਕ,
ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।